ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਿਉ ਭਾਵੈ ਤਿਉ ਰਾਖ ਲੈ ਹਮ ਸਰਨ ਪ੍ਰਭ ਆਏ RAM ਰਾਜੇ ਹਮ ਭੂਲ ਬਿਗਾੜੈ ਦਿਨਸ ਰਾਤ ਹਰ ਲਾਜ ਰਖਾਏ ਹਮ ਬਾਰਕ ਤੂੰ ਗੁਰ ਪਿਤਾ ਹੈ ਹਮ ਬਾਰਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਜਨ ਨਾਨਕ ਦਾਸ ਹਰ ਕਾਂਡਿਆ ਹਰ ਪੈਜ ਰਖਾਏ ਜਿਉ ਬੁਲਾਵੈ ਤਿਉ ਬੋਲੇ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਸਤਨਾਮ ਵਾਹਿਗੁਰੂ। ਗੁਰਮੁਖ ਗਾਵੈ ਗੁਰਮੁਖ ਬੋਲੇ ਗੁਰਮੁਖ ਤੋਲ ਤੁਲਾਵੈ ਤੋਲੇ ਗੁਰਮੁਖ ਆਵੈ ਜਾਏ ਨਿਸੰਗ ਪਰ ਹਰ ਮੈਲ ਜਲਾਏ ਕਲੰਕ ਗੁਰਮੁਖ ਨਾਦ ਬੇਦ ਵਿਚਾਰ ਗੁਰਮੁਖ ਮੱਜਨ ਚੱਜ ਆਚਾਰ ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ ਨਾਨਕ ਗੁਰਮੁਖ ਪਾਵੈ ਪਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਆਪ ਜੀ ਬੜੇ ਪਿਆਰ ਵਿੱਚ ਗੁਰੂ ਦੇ ਸ਼ਬਦ ਆਗਰ ਕਰੀਏ। ਜੋ ਗੁਰੂ ਦਾ ਸ਼ਬਦ ਸੁਣਿਆ ਹੈ ਉਸ ਨੂੰ ਵਿਚਾਰੀਏ ਕਿ ਸਤਿਗੁਰੂ ਜੀ ਸਾਨੂੰ ਕਹਿ ਕੀ ਰਹੇ ਹਨ। ਜਿਤਨੀ ਦੇਰ ਤੱਕ ਅਸੀਂ ਇਸ ਗੱਲ ਨੂੰ ਨਹੀਂ ਸਮਝਾਂਗੇ ਉਤਨੀ ਦੇਰ ਤੱਕ ਸਾਡਾ ਕੋਈ ਭਲਾ ਹੋਣ ਵਾਲਾ ਨਹੀਂ। ਜੇ ਕਿਸੇ ਨੂੰ ਰਸਤੇ 'ਤੇ ਚੱਲਦਾ ਜਾਵੇ ਅਤੇ ਪਤਾ ਹੀ ਨਹੀਂ ਹੈ ਮੈਂ ਕਿਹੜੇ ਐਗਜ਼ਿਟ ਤੋਂ ਬਾਹਰ ਨਿਕਲਣਾ ਹੈ, ਕੀ ਕਰਨਾ ਹੈ, ਘਰ ਕਿਹੜੇ ਪਾਸੇ ਹੈ,
ਤਾਂ ਉਸ ਦਾ ਸਫ਼ਰ ਅਧੂਰਾ ਹੈ। ਇਸੇ ਤਰ੍ਹਾਂ ਜਿਹੜਾ ਗੁਰੂ ਦਾ ਸ਼ਬਦ ਹੈ ਉਸ ਨੂੰ ਵਿਚਾਰ ਕੇ ਸਮਝ ਕੇ ਜਿਤਨੀ ਦੇਰ ਤੱਕ ਹਿਰਦੇ ਵਿੱਚ ਨਹੀਂ ਵਸਾਉਂਦੇ ਤਦ ਤੱਕ ਸਾਹਿਬ ਕਹਿੰਦੇ ਹਨ ਕਿ ਗੱਲ ਪੂਰੀ ਨਹੀਂ ਹੋਣ ਲੱਗੀ। ਪਿਛਲੇ ਹਫ਼ਤੇ ਵਿਚਾਰ ਕੀਤੀ ਸੀ, ਗੁਰਮੁਖ ਮਰਨ ਜੀਵਨ ਪ੍ਰਭ ਨਾਲ, ਦਹਿ ਦਿਸ ਢੂੰਡ ਘਰੈ ਮੈਂ ਪਾਇਆ, ਮੇਲ ਪਿਆ ਸਤਿਗੁਰੂ ਮਿਲਾਇਆ। ਮੈਂ ਸਾਰਿਆਂ ਪਾਸਿਆਂ ਭਟਕਿਆ ਪਰ ਮੈਨੂੰ ਕਿਤੇ ਵੀ ਕੋਈ ਸੋਝੀ ਨਹੀਂ ਮਿਲੀ। ਸੋਝੀ ਕਦੋਂ ਮਿਲੀ? ਜਦੋਂ ਮੈਂ ਘਰ ਵਿੱਚ ਆ ਗਿਆ। ਸਤਿਗੁਰੂ ਜੀ ਬਖਸ਼ਿਸ਼ ਕਰਕੇ ਸਾਨੂੰ ਸਮਝਾਓ, ਅਸੀਂ ਤਾਂ ਘਰ 'ਚ ਹੀ ਰਹਿੰਦੇ ਹਾਂ ਹਮੇਸ਼ਾ ਹੀ, ਅਤੇ ਲੋਕਡਾਊਨ ਵੇਲੇ ਤਾਂ ਅਸੀਂ ਸਾਰੇ ਘਰ 'ਚ ਹੀ ਰਹਿੰਦੇ ਹਾਂ, ਘਰ ਤੋਂ ਬਾਹਰ ਜਾਂਦੇ ਹੀ ਨਹੀਂ। ਅਤੇ ਸਾਹਿਬ ਕਹਿ ਰਹੇ ਹਨ ਕਿ ਇਸ ਘਰ ਦੀ ਗੱਲ ਨਹੀਂ, ਇੱਥੇ ਤਾਂ 4 ਦਿਨ ਵਾਸਤੇ ਆਇਆ ਤੂੰ। ਅਸਲੀ ਘਰ ਨੂੰ ਵਿਚਾਰ, ਅਸਲੀ ਘਰ ਨੂੰ ਸਮਝ। ਅਤੇ ਭਗਤ ਰਾਮਾਨੰਦ ਜੀ ਕਹਿੰਦੇ ਹਨ, ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੈ ਮਨ ਭਿਓ ਪੰਗ। ਮੈਂ ਬਾਹਰ ਕਿੱਥੇ ਜਾਵਾਂ? ਮੈਨੂੰ ਬਾਹਰ ਜਾਣ ਦੀ ਲੋੜ ਨਹੀਂ। ਮੇਰੇ ਘਰ ਵਿੱਚ ਹੀ ਮੇਰਾ ਵਾਹਿਗੁਰੂ ਅਕਾਲ ਪੁਰਖ ਆ ਗਿਆ ਹੈ। ਮੇਰਾ ਘਰ ਦਾ ਵਿਹੜਾ ਹਰਿਆ ਭਰਿਆ ਹੋ ਗਿਆ ਹੈ। ਮੇਰਾ ਚਿੱਤ ਹੁਣ ਬਾਹਰ ਨਹੀਂ ਜਾਂਦਾ। ਮੇਰਾ ਹਿਰਦਾ, ਮੇਰਾ ਮਨ ਪੰਗ ਹੋ ਗਿਆ, ਪਿੰਗਲਾ ਹੋ ਗਿਆ, ਬਾਹਰ ਨਹੀਂ ਜਾਂਦਾ, ਘਰ ਵਿੱਚ ਟਿਕਿਆ ਰਹਿੰਦਾ ਹੈ। ਫਿਰ ਅਗਲਾ ਵਿਚਾਰ ਦਿੱਤਾ ਬੜਾ ਸੋਚਣ ਵਾਲਾ, ਬੜਾ ਆਪਣੇ ਜੀਵਨ ਦੀ ਪ੍ਰੈਕਟੀਕਲ ਗੱਲ ਦੱਸ ਰਹੇ ਹਨ ਕਿ ਏਕ ਦਿਵਸ ਮਨ ਭਈ ਉਮੰਗ, ਘਸ ਚੰਦਨ ਚੋਆ ਬਹੁਤ ਸੁਗੰਧ। ਮੈਂ ਇੱਕ ਦਿਨ ਮੇਰੇ ਮਨ ਵਿੱਚ ਵਿਚਾਰ ਆ ਗਈ ਕਿ ਮੈਂ ਵੀ ਆਪਣੇ ਵਾਹਿਗੁਰੂ ਨੂੰ ਰਿਝਾਉਣ ਵਾਸਤੇ ਜਾਵਾਂ। ਅਤੇ ਮੈਂ ਕੀ ਕੀਤਾ, ਚੋਆ, ਚੰਦਨ, ਸੁਗੰਧੀਆਂ, ਫੁੱਲ, ਅਤਰ ਸਾਰਾ ਕੁਛ ਲੈ ਲਿਆ ਅਤੇ ਚੱਲ ਪਿਆ ਉਸ ਨੂੰ ਮੈਂ ਠਾਕੁਰ ਦੁਆਰੇ 'ਤੇ ਜਾ ਕੇ ਮਨਾਵਾਂ। ਘਸ ਚੰਦਨ ਚੋਆ ਬਹੁਤ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ। ਮੈਂ ਪਰਮਾਤਮਾ ਨੂੰ ਪੂਜਣ ਵਾਸਤੇ ਚੱਲ ਪਿਆ ਬਾਹਰ ਮੰਦਰ ਵਿੱਚ, ਜਿਸ ਤਰ੍ਹਾਂ ਅਸੀਂ ਗੁਰੂ ਕੋਲ ਆਏ ਹੋਏ ਹਾਂ ਬਾਹਰੋਂ। ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਏ। ਭਾਈ ਕਿੱਥੇ ਭਟਕਦਾ ਫਿਰਦਾ ਹੈ? ਹਿਰਦੇ ਵਿੱਚ ਜਾ। ਜਹਾਂ ਜਾਈਏ ਤੈਂ ਜਲ ਪਖਾਨ। ਸੰਸਾਰ ਦੇ ਉੱਤੇ ਜਿਤਨੇ ਵੀ ਧਾਰਮਿਕ ਸਥਾਨ ਹਨ, ਰਾਮਾਨੰਦ ਜੀ ਕਹਿੰਦੇ ਹਨ ਉਹਨਾਂ 'ਤੇ 2 ਗੱਲਾਂ ਦੀ ਪੂਜਾ ਹੋ ਰਹੀ ਹੈ, ਜਾਂ ਜਲ ਦੀ ਜਾਂ ਪੱਥਰਾਂ ਦੀ। ਜਹਾਂ ਜਾਈਏ ਤਹਿ ਜਲ ਪਖਾਨ, ਜਲ ਪਾਣੀ ਅਤੇ ਪਖਾਨ ਪੱਥਰ। ਪਰ ਸਾਹਿਬ ਕਹਿੰਦੇ ਹਨ ਤੂੰ ਪੂਰ ਰਹੇ ਹੋਇ ਸਰਬ ਸਮਾਨ। ਮੇਰਾ ਠਾਕੁਰ, ਮੇਰਾ ਅਕਾਲ ਪੁਰਖ ਸਾਰਿਆਂ ਵਿੱਚ ਵਿਰਾਜਮਾਨ ਹੈ। ਸਤਿਗੁਰੂ ਮੈਂ ਬਲਿਹਾਰੀ ਤੋਰ, ਜਿਨ ਸਕਲ ਬਿਕਲ ਬ੍ਰਹਮ ਕਾਟੇ ਮੋਰ। ਰਾਮਾਨੰਦ ਸੁਆਮੀ ਰਮਤ ਬ੍ਰਹਮ, ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਰਾਮਾਨੰਦ ਜੀ ਪਹਿਲੇ ਪੱਥਰ ਨੂੰ ਪੂਜਦੇ ਸਨ, ਸਾਰੇ ਕਰਮ ਕਰਦੇ ਸਨ, ਪਰ ਜਦੋਂ ਹਿਰਦੇ ਵਿੱਚ ਸਮਝ ਆਈ ਅਤੇ ਉਸ ਲਈ ਇਹ ਬਚਨ ਉਹਨਾਂ ਨੇ ਉਚਾਰਨ ਕੀਤੇ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਸਾਹਿਬ ਕਹਿ ਰਹੇ ਹਨ, ਬਾਹਰ ਨਾ ਭਟਕ, ਦਹਿ ਦਿਸ ਢੂੰਡ ਘਰੈ ਮੈਂ ਪਾਇਆ, ਮੇਲ ਪਿਆ ਸਤਿਗੁਰੂ ਮਿਲਾਇਆ। ਆਪਣੇ ਯਤਨ ਨਾਲ ਨਹੀਂ, ਗੁਰੂ ਕਾ ਸ਼ਬਦ, ਗੁਰੂ ਦਾ ਉਪਦੇਸ਼, ਗੁਰੂ ਦਾ ਬਚਨ, ਗੁਰੂ ਦੇ ਮਾਰਗ 'ਤੇ ਚੱਲ ਕੇ ਹੀ ਉਸ ਨੂੰ ਮਿਲ ਸਕਦੇ ਹਾਂ। ਅੱਜ ਅਸੀਂ ਵਿਚਾਰ ਕਰਨੀ ਹੈ ਗੁਰਮੁਖ। ਸਾਹਿਬ ਜੀ ਬੜੀ ਕੀਮਤੀ ਗੱਲ ਸਮਝਾਉਂਦੇ ਹਨ, ਪਰ ਸਾਡੀ ਸਮਝ ਆਉਂਦੀ ਨਹੀਂ ਜਲਦੀ ਕਰਕੇ ਗੱਲ। ਅਸੀਂ ਗੁਰਮੁਖ ਨੂੰ ਐਵੇਂ ਸਮਝ ਛੜਿਆ, ਗੁਰਮੁਖ ਐਵੇਂ ਸਧਾਰਨ ਅੱਖਰ ਹੈ, ਆਓ ਗੁਰਮੁਖ ਹੋ। ਪਰ ਨਹੀਂ,
ਜਦੋਂ ਮੈਂ ਸ਼ਬਦ ਹੀ ਵਿਚਾਰ ਕਰ ਰਿਹਾ ਸੀ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਸਵਾਲ ਕੀਤਾ ਸਿੱਧਾ ਨੇ। ਉਹ ਕਹਿੰਦੇ ਹਨ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵਖਰ ਕੇ ਤੁਮ ਬਣ ਜਾਰੇ, ਕਿਉਂ ਕਰ ਸਾਥ ਲੰਘਾਵੋ ਪਾਰੇ। ਗੁਰੂ ਸਾਹਿਬ ਜੀ ਨੂੰ ਸਵਾਲ ਕੀਤਾ ਸਿੱਧਾ ਨੇ ਕਿ ਸਤਿਗੁਰੂ ਜੀ, ਸਾਡੀ ਤਾਂ ਤੁਸੀਂ ਸਾਰੀ ਗੱਲ ਨਹੀਂ ਮੰਨੀ, ਤੁਸੀਂ ਸਾਡੀ ਕੋਈ ਸਿਧਾਂਤ ਨਹੀਂ ਮੰਨਿਆ, ਪਰ ਤੁਸੀਂ ਆਪਣਾ ਸਿਧਾਂਤ ਦੱਸੋ ਕਿ ਕਿਸ ਕਰਕੇ ਤੁਸੀਂ ਘਰ ਛੱਡਿਆ ਹੈ, ਕਿਸ ਕਰਕੇ ਤੁਸੀਂ ਉਦਾਸੀਆਂ ਵਾਲੇ ਕੱਪੜੇ ਪਾਏ ਹੋਏ ਹਨ, ਕਿਹੜੀ ਵਸਤੂ ਨੂੰ ਖਰੀਦਣ ਵਾਸਤੇ ਤੁਰੇ ਹੋਏ ਹੋ, ਕਿਹੜਾ ਵਣਜ ਕਰਦੇ ਹੋ, ਕਿਸ ਤਰ੍ਹਾਂ ਕਰਕੇ ਸਾਥੀਆਂ ਨੂੰ, ਸੰਗੀਆਂ ਨੂੰ, ਪਰਿਵਾਰ ਦਾ ਪਾਰ ਉਤਾਰਾ ਕਰੋਗੇ, ਇਸ ਸੰਸਾਰ ਸਾਗਰ ਤੋਂ ਕਿਸ ਤਰ੍ਹਾਂ ਪਾਰ ਉਤਾਰਾ ਕਰੋਗੇ। ਤਾਂ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਗੁਰਮੁਖ ਖੋਜਤ ਭੇ ਉਦਾਸੀ। ਮੈਂ ਗੁਰਮੁਖਾਂ ਨੂੰ ਖੋਜਣ ਵਾਸਤੇ ਇਹ ਪਹਿਰਾਵਾ ਪਾਇਆ ਹੈ। ਦਰਸ਼ਨ ਕੈ ਤਾਈ ਭੇਖ ਨਿਵਾਸੀ। ਮੈਨੂੰ ਗੁਰਮੁਖਾਂ ਦੇ ਦਰਸ਼ਨ ਹੋ ਜਾਣ, ਗੁਰਮੁਖਾਂ ਨਾਲ ਮੇਲ ਹੋ ਜਾਏ, ਮੈਂ ਇਸ ਕਰਕੇ ਘਰੋਂ ਬਾਹਰ ਚਲਿਆ ਹਾਂ, ਤੁਹਾਨੂੰ ਪੁੱਛਣ ਵਾਸਤੇ, ਤੁਹਾਡੇ ਕੋਲੋਂ ਪੁੱਛਣ ਵਾਸਤੇ। ਤੁਸੀਂ ਵੀ ਕਦੀ ਇਸ ਗੱਲ ਨੂੰ ਸਮਝੇ ਹੋ? ਕਿਸ ਵਖਰ ਕੇ ਤੁਮ ਬਣ ਜਾਰੇ, ਕਿਉਂ ਕਰ ਸਾਥ ਲਗਾਵੋ ਪਾਰੇ। ਸਾਹਿਬ ਕਹਿੰਦੇ ਹਨ, ਗੁਰਮੁਖ ਖੋਜਤ ਭੇ ਉਦਾਸੀ, ਦਰਸ਼ਨ ਕੈ ਤਾਈ ਭੇਖ ਨਿਵਾਸੀ, ਸੱਚ ਵਖਰ ਕੇ ਹਮ ਬਣ ਜਾਰੇ। ਮੈਂ ਸੱਚ ਦਾ ਬਣਜਾਰਾ ਹਾਂ, ਸੱਚ ਦੀ ਭਾਲ ਵਿੱਚ ਹਾਂ, ਸੱਚ ਦਾ ਮੈਂ ਵਪਾਰੀ ਹਾਂ। ਨਾਨਕ ਗੁਰਮੁਖ ਉਤਰ ਸੁਪਾਰੇ। ਗੁਰਮੁਖ ਬਣ ਕੇ ਹੀ, ਗੁਰੂ ਦੇ ਉਪਦੇਸ਼ ਦੁਆਰਾ ਹੀ ਅਸੀਂ ਇਸ ਭਵ ਸਾਗਰ ਸੰਸਾਰ ਤੋਂ ਪਾਰ ਉਤਾਰਾ ਕਰ ਸਕਦੇ ਹਾਂ। ਮਨਮੁਖ ਬਣਿਆ ਨਹੀਂ। ਮਨਮੁਖ ਦੀ ਤਾਂ ਬੜੀ ਹਰ ਥਾਂ 'ਤੇ ਸਤਿਗੁਰੂ ਜੀ ਨੇ ਤਸਵੀਰ ਸਾਡੇ ਸਾਹਮਣੇ ਮਾੜੀ ਪੇਸ਼ ਕੀਤੀ ਹੈ, ਪਰ ਗੁਰਮੁਖ ਜਿਹੜਾ ਹੈ ਨਾ, ਉਹ ਸਤਿਗੁਰੂ ਦਾ ਰੂਪ ਹੈ। ਗੁਰਮੁਖ ਸੁਖੀਆ, ਮਨਮੁਖ ਦੁਖੀਆ। ਗੁਰਮੁਖ ਸੁਖੀਆ, ਮਨਮੁਖ ਦੁਖੀਆ, ਗੁਰਮੁਖ ਸਨਮੁਖ। ਗੁਰਮੁਖ ਜਿਹੜਾ ਹੈ ਉਹ ਗੁਰੂ ਦੇ ਹਮੇਸ਼ਾ ਸਾਹਮਣੇ ਰਹਿੰਦਾ ਹੈ, ਗੁਰੂ ਨੂੰ ਆਪਣੇ ਓਹਲੇ ਨਹੀਂ ਹੋਣ ਦਿੰਦਾ, ਸਨਮੁਖ ਰਹਿੰਦਾ ਹੈ। ਤੇ ਮਨਮੁਖ ਬੇਮੁਖੀਆ। ਸਾਹਿਬ ਦਾ ਕਿਤਨਾ ਕੀਮਤੀ ਬਚਨ ਸਮਝਾਇਆ ਸਤਿਗੁਰੂ ਜੀ ਨੇ। ਗੁਰਮੁਖ ਸੁਖੀਆ, ਮਨਮੁਖ ਦੁਖੀਆ, ਗੁਰਮੁਖ ਸਨਮੁਖ, ਮਨਮੁਖ ਬੇਮੁਖੀਆ। ਫਿਰ ਗੁਰਮੁਖ ਮਿਲੀਐ, ਮਨਮੁਖ ਵਿਛਰੈ। ਗੁਰਮੁਖ ਮਿਲੀਐ, ਮਨਮੁਖ ਵਿਛਰੈ, ਗੁਰਮੁਖ ਬਿਦ ਪ੍ਰਗਟਾਏ ਜੀਓ। ਇਹ ਸੋਝੀ ਵੀ ਗੁਰਮੁਖ ਹੋਇਆ ਹੈ ਪਤਾ ਲੱਗਦਾ ਹੈ ਕਿ ਜੀਵਨ ਦੀ ਖੇਡ ਕਿਹੜੇ ਕੰਮ ਕੀਤਿਆਂ ਸਵਾਰੀ ਜਾ ਸਕਦੀ ਹੈ, ਆਪਣਿਆਂ ਯਤਨਾਂ ਦੁਆਰਾ ਨਹੀਂ। ਮਨਮੁਖ ਦਾ ਜਿਹੜਾ ਹੈ ਨਾ, ਉਹ ਹਮੇਸ਼ਾ ਮਨਮੁਖ ਸੂਤਾ ਮਾਇਆ ਮੋਹ ਪਿਆਰ, ਉਹ ਆਪਣੇ ਸਵਾਰਥ ਵਿੱਚ ਹਮੇਸ਼ਾ ਰਹਿੰਦਾ ਹੈ। ਮਨਮੁਖ ਕਿਹੜਾ? ਜਿਸ ਦੀ ਅੱਖ ਬਾਹਰ ਖੁੱਲ੍ਹਦੀ ਹੈ। ਗੁਰਮੁਖ ਜਿਸ ਦੀ ਅੱਖ ਅੰਦਰ ਖੁੱਲ੍ਹਦੀ ਹੈ, ਜਿਹੜਾ ਸੰਸਾਰ ਦੇ ਪ੍ਰਤੀ ਜਾਗਰੂਕ ਹੈ, ਉਹ ਹੈ ਮਨਮੁਖ, ਜਿਹੜਾ ਹਮੇਸ਼ਾ ਆਪਣਾ ਸਵਾਰਥ ਅੱਗੇ ਰੱਖ ਕੇ ਚੱਲਦਾ ਹੈ। ਸਾਹਿਬ ਕਹਿੰਦੇ ਹਨ, ਮਨਮੁਖ ਸੂਤਾ ਮਾਇਆ ਮੋਹ ਪਿਆਰ, ਗੁਰਮੁਖ ਜਾਗੇ ਗੁਰ ਗਿਆਨ ਵਿਚਾਰ। ਗੁਰਮੁਖ ਗੁਰੂ ਤੋਂ ਗਿਆਨ ਲੈ ਕੇ, ਗੁਰੂ ਤੋਂ ਸਮਝ ਲੈ ਕੇ ਜਾਗਦਾ ਹੈ। ਆਪਸ ਕੋ ਬੋ ਭਲਾ ਕਰ ਜਾਣੈ, ਮਨਮੁਖ ਮਤ ਨਾ ਕਾਈ। ਹਮੇਸ਼ਾ ਆਪਣੀ ਅੱਗੇ ਰੱਖਦਾ ਹੈ ਮਤ ਨੂੰ, ਉਸ ਦੀ ਮਤ ਟਿਕਾਣੇ ਸਿਰ ਨਹੀਂ ਹੈ। ਸਾਧੂ ਜਨ ਕੀ ਨਿੰਦਾ ਵਿਆਪੇ, ਜਾਸਨ ਜਨਮ ਗਵਾਈ। ਇਹ ਹੈ ਮਨਮੁਖ ਦੀ ਤਸਵੀਰ। ਹਮੇਸ਼ਾ ਮੈਂ ਮੇਰੀ, ਹਮੇਸ਼ਾ ਆਪਣੀ ਗੱਲ ਅੱਗੇ, ਹਮੇਸ਼ਾ ਆਪਣਾ ਸਵਾਰਥ ਅੱਗੇ। ਫਿਰ ਸਾਹਿਬ ਕਹਿੰਦੇ ਹਨ, ਰਾਮ ਨਾਮ ਕਦੇ ਚੇਤੈ ਨਾਹੀ, ਅੰਤ ਗੇ ਪਛਤਾਈ। ਮਨਮੁਖ ਹੀਰਾ ਅਤ ਕਠੋਰ ਹੈ। ਮਨਮੁਖ ਦਾ ਹਿਰਦਾ ਪੱਥਰ ਵਰਗਾ ਹੈ।
ਮਨਮੁਖ ਹੀਰਾ ਅਤ ਕਠੋਰ ਹੈ, ਤਿਨ ਅੰਤਰ ਕਾਰ ਕਰੀਠਾ। ਜ਼ਹਿਰ ਨਾਲ ਓਤ-ਪੋਤ ਹੈ, ਪੱਥਰ ਵਰਗਾ ਸਖਤ ਹੈ, ਉਸ ਦੇ ਅੰਦਰ ਹਮੇਸ਼ਾ ਵਿਕਾਰਾਂ ਦੀ ਕਾਲਖ ਹੈ। ਬਿਸੀਅਰ ਕੋ ਬੋ दूध ਪਿਆਈਐ, ਬਿਖ ਨਿਕਸੈ ਫੋਲ ਫੋਲੀਠਾ। ਮਨਮੁਖ ਐਸਾ ਹੈ, ਸੱਪ ਦੀ ਤਰ੍ਹਾਂ ਹੈ, ਭਾਵੇਂ ਜਿੰਨਾ ਮਰਜ਼ੀ ਦੁੱਧ ਪਿਲਾਓ, ਜਦੋਂ ਵੀ ਉਸ ਨੂੰ ਖੋਲੋਗੇ ਤੇ ਅੰਦਰੋਂ ਜ਼ਹਿਰ ਹੀ ਜ਼ਹਿਰ ਨਿਕਲੇਗੀ। ਮਨਮੁਖ ਮੂਲੋਂ ਭੁੱਲਿਆ, ਲੱਭ ਲੋਭ ਹੰਕਾਰਾ। ਝਗੜਾ ਕਰਦਿਆਂ ਅਣਦਿਨ ਗੁਜ਼ਰੈ, ਸ਼ਬਦ ਨਾ ਕਰੈ ਵਿਚਾਰਾ। ਸੁਧ ਮਤ ਕਰਤੈ ਹਿਰ ਲਈ, ਬੋਲਣ ਸਭ ਵਿਕਾਰਾ। ਦਿੱਤੈ ਕਿਤੈ ਨਾ ਸੰਤੋਖੀਐ, ਅੰਤਰ ਅਗਿਆਨ ਅੰਧਾਰਾ। ਗੁਰੂ ਕੋਲੋਂ ਪਦਾਰਥ ਵੀ ਲੈਂਦਾ ਹੈ, ਖਾਂਦਾ ਵੀ ਹੈ, ਪਰ ਤ੍ਰਿਸ਼ਨਾ ਨਹੀਂ ਮੁੱਕਦੀ। ਤ੍ਰਿਸ਼ਨਾ ਮਰਦੇ ਦਮ ਤੱਕ ਨਹੀਂ ਮੁੱਕਦੀ। ਜਿਨ੍ਹਾਂ ਕੋਲ ਥੋੜ੍ਹੇ ਪੈਸੇ ਹਨ ਉਹਨਾਂ ਨੂੰ ਵੀ ਤ੍ਰਿਸ਼ਨਾ ਹੈ, ਅਤੇ ਜਿਨ੍ਹਾਂ ਦੇ ਪਦਾਰਥਾਂ ਦੇ ਭੰਡਾਰ ਭਰੇ ਪਏ ਹਨ ਉਹਨਾਂ 'ਤੇ ਵੀ ਤ੍ਰਿਸ਼ਨਾ ਹੈ। ਸਾਹਿਬ ਕਹਿ ਰਹੇ ਹਨ, ਦਿੱਤੈ ਕਿਤੈ ਨਾ ਸੰਤੋਖੀਐ, ਅੰਤਰ ਤ੍ਰਿਸ਼ਨਾ ਅਗਿਆਨ ਅੰਧਾਰਾ। ਨਾਨਕ ਮਨਮੁਖਾਂ ਨਾਲੋਂ ਟੁੱਟੀ ਭਲੀ, ਜਿਨ੍ਹਾਂ ਮਾਇਆ ਮੋਹ ਪਿਆਰ। ਮਨਮੁਖ ਪੱਥਰ ਸੈਲ ਹੈ, ਤ੍ਰਿਗ ਜੀਵਨ ਫੀਕਾ। ਮਨਮੁਖ ਪੱਥਰ ਦੀ ਤਰ੍ਹਾਂ ਨਿਆਈ ਹੈ, ਪੱਥਰ ਦੀ ਤਰ੍ਹਾਂ ਹੈ। ਜਲ ਮੈਂ ਕੇਤਾ ਰਾਖੀਐ, ਅਬ ਅੰਤਰ ਸੂਕਾ। ਸਾਰੀ ਜ਼ਿੰਦਗੀ ਗੁਰੂ ਦੇ ਕੋਲ ਬੈਠਾ ਰਹੇ, ਗੁਰੂ ਦਾ ਬਚਨ ਇੱਕ ਵੀ ਮਨ ਵਿੱਚ ਨਹੀਂ ਵਸਾਉਂਦਾ, ਇਹ ਹੈ ਮਨਮੁਖ। ਮਨਮੁਖ ਹੀਰਾ ਅਤ ਕਠੋਰ ਹੈ, ਤ੍ਰਿਗ ਜੀਵਨ ਫੀਕਾ। ਜਲ ਮੈਂ ਕੇਤਾ ਰਾਖੀਐ, ਅਬ ਅੰਤਰ ਸੂਖਾ। ਕਿਉਂ ਇਹ ਗੱਲਾਂ ਕਿਉਂ ਸਤਿਗੁਰੂ ਜੀ ਨੇ ਸਮਝਾਈਆਂ? ਮਨਮੁਖ ਦੀ ਕੀ ਨਿਸ਼ਾਨੀ ਹੈ? ਮੈਂ ਵੀ ਮਨਮੁਖ ਹਾਂ, ਕਈ ਮੇਰੇ ਵਰਗੇ ਹੋਰ ਬੈਠੇ ਹੋਣਗੇ, ਦੇਖਣ ਨੂੰ ਤਾਂ ਬੜੇ ਸੋਹਣੇ ਲੱਗਦੇ ਹਨ, ਦੇਖਣ ਤੋਂ ਨਹੀਂ ਪਤਾ ਲੱਗਦਾ। ਬਾਹਰੋਂ ਦੇਖਿਆ ਤੇ ਮਨਮੁਖ ਬੜਾ ਚਿੱਟਾ, ਬੜਾ ਸਾਫ ਸੁਥਰਾ, ਬੜਾ ਲਿਖਿਆ ਪੂਛਿਆ ਬੈਠਾ ਹੋਇਆ ਹੁੰਦਾ ਹੈ। ਸਾਹਿਬ ਕਹਿੰਦੇ ਹਨ ਮਨਮੁਖ ਦੀ ਇੱਕ ਬੜੀ ਵੱਡੀ ਖਾਸ ਨਿਸ਼ਾਨੀ ਹੈ। ਸਾਹਿਬ ਕਹਿੰਦੇ ਹਨ ਮਨਮੁਖ ਕਥਨੀ ਹੈ, ਪਰ ਰਹਿਤ ਨਾ ਹੋਈ। ਮਨਮੁਖ ਗੱਲਾਂ ਬੜੀਆਂ ਕਰਦਾ ਹੈ, ਚੰਗਿਆਂ ਚੰਗਿਆਂ ਨੂੰ ਰਾਹ ਪਾ ਦਿੰਦਾ ਹੈ। ਬਲਕਿ ਮੈਨੂੰ ਗੱਲ ਯਾਦ ਆ ਗਈ ਕਿ ਇੱਕ ਵਾਰ ਅਸੀਂ ਜਦੋਂ ਪੜ੍ਹਦੇ ਸਾਂ ਅਤੇ ਉਸਤਾਦ ਜੀ ਕਹਿਣ ਲੱਗੇ ਵੀ ਤੁਸੀਂ ਗੁਰਬਾਣੀ ਦੀ ਗੱਲ ਵੀ ਕਿਸੇ ਹਰ ਇੱਕ ਨਾਲ ਨਹੀਂ ਕਰਨੀ। ਤਾਂ ਕਹਿਣ ਲੱਗੇ ਕਿਉਂ? ਕਹਿਣ ਲੱਗੇ ਜਿਹੜਾ ਮਨਮੁਖ ਬੰਦਾ ਹੈ ਉਸ ਕੋਲ ਇਤਨੀਆਂ ਮਜ਼ਬੂਤ ਦਲੀਲਾਂ ਹਨ, ਇਤਨੇ ਤਗੜੇ ਤੁਹਾਡੇ ਉਦਾਹਰਣ ਦੇਗਾ ਕਿ ਜਿਹੜਾ ਤੁਹਾਡੇ ਕੋਲ ਦੋ ਗੁਣ ਹਨ ਉਹ ਵੀ ਲੈ ਜਾਏਗਾ, ਕਿਉਂਕਿ ਤੁਸੀਂ ਬੱਚੇ ਹੋ। ਮਨਮੁਖ ਕਥਨੀ ਹੈ, ਪਰ ਰਹਿਤ ਨਾ ਹੋਈ। ਨਾਮੋ ਭੁੱਲੇ ਥਾਉ ਨਾ ਕੋਈ। ਮਨਮੁਖ ਕਰਮ ਕਰੈ ਅਜਾਈ, ਉਸ ਦੇ ਕਰਮ ਸਾਰੇ ਵਿਅਰਥ ਕਰਮ ਹਨ। ਭਾਵੇਂ ਦਿਖਾਵੇ ਦੇ ਜਿਤਨੇ ਮਰਜ਼ੀ ਚੰਗੇ ਕਰਮ ਕਰੇ, ਜਿਉਂ ਬਾਲੂ ਘਰ ਠੌਰ ਨਾ ਠਾਈ। ਰੇਤ ਦਾ ਘਰ ਕਿਤਨੀ ਦੇਰ ਤੱਕ ਟਿਕਦਾ ਹੈ? ਛਿਨ ਮਾਤਰ। ਜਿਨ੍ਹਾਂ ਨੇ ਬਚਪਨ ਵਿੱਚ ਰੇਤ ਦੇ ਨਾਲ ਖੇਡਿਆ ਹੈਗਾ ਉਹਨਾਂ ਨੂੰ ਪਤਾ ਹੋਏਗਾ ਕਿ ਰੇਤ ਦਾ ਘਰ ਨਹੀਂ ਟਿਕਦਾ। ਸਾਹਿਬ ਕਹਿੰਦੇ ਹਨ ਮਨਮੁਖ ਬਿਨਸੈ ਆਵੈ ਜਾਏ। ਮਨਮੁਖ ਦਾ ਜਨਮ ਦਾ ਮਰਦਾ ਹੈ, ਨਾਨਕ ਗੁਰਮੁਖ ਸਾਚ ਸਮਾਏ। ਗੁਰਮੁਖ ਸੱਚ ਵਿੱਚ ਸਮਾ ਜਾਂਦਾ ਹੈ, ਸੱਚ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਦਿੰਦਾ ਹੈ। ਇਹ ਹੈ ਗੁਰਮੁਖ। ਗੁਰਮੁਖ ਗਾਵੈ, ਗੁਰਮੁਖ ਬੋਲੈ।
ਗੁਰਮੁਖ ਕੀ ਗਾਉਂਦਾ ਹੈ? ਗੁਰੂ ਦੇ ਗੁਣ, ਗੁਰੂ ਦੀਆਂ ਵਡਿਆਈਆਂ। ਗੁਰਮੁਖ ਕੀ ਬੋਲਦਾ ਹੈ? ਸ਼ੁਭ ਗੁਣ, ਵਾਹਿਗੁਰੂ ਦਾ ਨਾਮ। ਜਿਸਨੇ ਆਪਣੇ ਹਿਰਦੇ ਦੇ ਉੱਤੇ ਵਾਹਿਗੁਰੂ ਦਾ ਨਾਮ ਲਿਖ ਲਿਆ, ਉਸਨੂੰ ਸਾਰੀਆਂ ਥਾਵਾਂ 'ਤੇ ਵਾਹਿਗੁਰੂ ਹੀ ਦਿਸਦਾ ਹੈ। ਉਸ ਦੇ ਕਰਮਾਂ ਵਿੱਚ ਹਰ ਥਾਂ ਵਾਹਿਗੁਰੂ ਹੀ ਵਾਹਿਗੁਰੂ ਹੈ। ਗੁਰਮੁਖ ਗਾਵੈ ਆਪ ਗਵਾਵੈ, ਦਰ ਸੱਚੇ ਸ਼ੋਭਾ ਪਾਈ। ਉਹ ਬੋਲਦਾ ਹੈ ਸਾਚੀ ਬਾਣੀ ਸਾਚ ਵਖਾਣੈ, ਸੱਚ ਨਾਮ ਲਿਵ ਲਾਈ। ਉਹ ਸੱਚ ਬੋਲਦਾ ਹੈ, ਗੁਰੂ ਦਾ ਗੁਣ ਗਾਉਂਦਾ ਹੈ। ਗੁਰਮੁਖ ਗਿਆਨ ਵਿਵੇਕ ਬੁੱਧ ਹੋਏ, ਗੁਰਮੁਖ ਗਾਵੈ ਹਿਰਦੈ ਹਾਰ ਪਰੋਏ। ਗੁਰਮੁਖ ਪਰਮਾਤਮਾ ਦੇ ਗੁਣਾਂ ਦਾ ਗਲ ਵਿੱਚ ਹਾਰ ਪਾ ਕੇ ਰੱਖਦਾ ਹੈ। ਉਸਨੂੰ ਕੋਈ ਗੱਲ ਹੋਰ ਕੁਛ ਨਾਲ ਕੋਈ ਸੰਬੰਧ ਨਹੀਂ। ਕੋਈ ਕੁਛ ਕਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਗੁਰਮੁਖ ਹੱਸੈ, ਗੁਰਮੁਖ ਰੋਵੈ, ਗੁਰਮੁਖ ਜੋ ਕਰੇ ਸਾਈ ਭਗਤ ਹੋਵੈ। ਗੁਰਮੁਖ ਆਵੈ ਜਾਏ ਨਿਸੰਗ, ਗੁਰਮੁਖ ਮੈਲ ਜਲਾਏ ਕਲੰਕ। ਗੁਰਮੁਖ ਵਾਸਤੇ ਸਾਰਾ ਜੀਵਨ ਗੁਰੂ ਦੇ ਸਮਰਪਿਤ ਹੈ। ਸਾਹਿਬ ਕਹਿੰਦੇ ਹਨ, ਭਾਈ ਗੁਰਮੁਖ ਬਣਿਆ ਹੀ ਗੱਲ ਬਣਦੀ ਹੈ। ਗੁਰਮੁਖ ਨਹੀਂ ਬਣੇਗਾ ਤਾਂ ਮਨਮੁਖ ਬਣ ਜਾਏਗਾ। ਮਨਮੁਖ ਜੀਵਨ ਵਿੱਚ ਕੋਈ ਪ੍ਰਾਪਤੀ ਨਹੀਂ ਕਰਦਾ। ਗੁਰਮੁਖ ਬਣੇਗਾ ਤੇ ਗੁਰਮੁਖ ਨਿਰਮਲ ਹਰ ਗੁਣ ਗਾਵੈ, ਗੁਰਮੁਖ ਪਵਿੱਤਰ ਪਰਮ ਪਦ ਪਾਵੈ, ਗੁਰਮੁਖ ਰੋਮ ਰੋਮ ਹਰਿ ਧਿਆਵੈ। ਗੁਰਮੁਖ ਹਨ ਗੁਰੂ ਨਾਨਕ ਦੇਵ ਜੀ ਦਾ ਸਿੱਖ ਭਾਈ ਲਹਿਣਾ। ਰਾਤ ਦਾ ਟਾਈਮ ਹੈ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ, ਬਾਬਾ ਜੀ ਬੁੱਢਾ ਜੀ ਟਾਈਮ ਦੱਸੋ ਕੀ ਹੋ ਗਿਆ। ਤੇ ਬਾਬਾ ਬੁੱਢਾ ਜੀ ਬਾਹਰ ਗਏ ਤੇ ਤਾਰਿਆਂ ਦਾ ਹਿਸਾਬ ਕਿਤਾਬ ਲਾ ਕੇ ਦੱਸਿਆ ਕਿ ਇਤਨਾ ਕੁ ਟਾਈਮ ਹੋ ਗਿਆ ਹੈ। ਭਗੀਰਥ ਨੂੰ ਕਿਹਾ, ਉਸਨੇ ਵੀ ਅੰਦਾਜ਼ਾ ਲਾ ਕੇ ਦੱਸਿਆ। ਹੋਰ 3-4 ਗੁਰਸਿੱਖਾਂ ਦੇ ਨਾਂ ਲਿਖੇ ਹੋਏ ਹਨ, ਉਹਨਾਂ ਨੇ ਵੀ ਆਪਣਾ ਅੰਦਾਜ਼ੇ ਨਾਲ ਦੱਸਿਆ। ਤੇ ਸਾਹਿਬ ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਲਹਿਣਾ ਜੀ ਤੁਸੀਂ ਦੱਸੋ। ਤੇ ਬੈਠੇ ਹੋਏ ਹਨ, ਬਾਹਰ ਗਏ, ਬਾਹਰੋਂ ਦੇ ਕੇ ਆਏ ਤੇ ਅੱਖਾਂ ਬੰਦ ਕਰਕੇ ਕਹਿੰਦੇ ਹਨ, ਸਾਹਿਬ ਜੀਓ ਜਿਤਨੀ ਰਾਤ ਤੁਸੀਂ ਬਤੀਤ ਕੀਤੀ ਬਤੀਤ ਹੋ ਗਈ, ਜਿਤਨੀ ਰਹਿ ਰਹੀ ਹੈ ਤੁਸੀਂ ਜਾਣਦੇ ਹੋ। ਬਸ ਆਪਣੀ ਕੋਈ ਸੋਚ ਨਹੀਂ। ਰੋਮ ਰੋਮ ਹਰਿ ਧਿਆਵੈ। ਜਦੋਂ ਗੁਰਮੁਖ ਦੀ ਇਹ ਅਵਸਥਾ ਹੋ ਗਈ ਤਾਂ ਗੁਰੂ ਨਾਨਕ ਦੇਵ ਜੀ ਨੇ ਅੰਗ ਨਾਲ ਲਾ ਕੇ ਗੁਰੂ ਅੰਗਦ ਦੇਵ ਜੀ ਦੀ ਬਖਸ਼ਿਸ਼ ਕਰ ਦਿੱਤੀ। ਇਹ ਹੈ ਗੁਰਮੁਖ ਦੀ ਨਿਸ਼ਾਨੀ। ਗੁਰਮੁਖਾਂ ਨੂੰ ਪੰਥ ਪ੍ਰਗਟਾ, ਦਰ ਠਾਕ ਨਾ ਕੋਈ ਪਾਏ। ਗੁਰਮੁਖਾਂ ਦਾ ਦਰਸਾ ਖੁੱਲ੍ਹਾ ਹੈ। ਜਦੋਂ ਆਣ ਜਦੋਂ ਜਾਣ ਉਹਨਾਂ ਨੂੰ ਕੋਈ ਰੋਕਣ ਵਾਲਾ ਨਹੀਂ ਹੈ। ਉਹ ਗੁਰੂ ਨਾਲ ਜੁੜੇ ਹੋਏ ਹਨ, ਅਕਾਲ ਪੁਰਖ ਨਾਲ ਜੁੜੇ ਹੋਏ ਹਨ। ਉਹ ਜਦੋਂ ਵੀ ਸੰਸਾਰ 'ਤੇ ਆਉਣਾ ਚਾਹਣ ਆ ਜਾਂਦੇ ਹਨ, ਜਦੋਂ ਜਾਣਾ ਚਾਹਣ ਚਲੇ ਜਾਂਦੇ ਹਨ। ਉਹ ਸੰਸਾਰ ਦੇ ਉੱਤੇ ਕਰਮਾਂ ਦੇ ਵਧੇ ਹੋਏ ਨਹੀਂ ਆਉਂਦੇ, ਉਹ ਤਾਂ ਸੰਸਾਰ ਦਾ ਭਲਾ ਕਰਨ ਵਾਸਤੇ ਆਉਂਦੇ ਹਨ। ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ। ਜਨ ਆਵਣ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਓ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਇਹ ਹੈ ਗੁਰਮੁਖ। ਗੁਰਮੁਖ ਤੋਲ ਤੁਲਾਵੈ ਤੋਲੈ। ਗੁਰਮੁਖ
ਪਰਮਾਤਮਾ ਦੇ ਗੁਣਾਂ ਨੂੰ ਹਿਰਦੇ ਵਿੱਚ ਤੋਲਦਾ ਹੈ ਤੇ ਹੋਰਨਾਂ ਨੂੰ ਪ੍ਰੇਰਨਾ ਕਰਦਾ ਹੈ ਕਿ ਗੁਰੂ ਦੇ ਗੁਣਾਂ ਨੂੰ ਹਿਰਦੇ ਵਿੱਚ ਵਿਚਾਰੋ, ਉਹਨਾਂ ਨੂੰ ਤੋਲੋ, ਸ਼ੁਭ ਗੁਣਾਂ ਨੂੰ ਤੇ ਅਸ਼ੁਭ ਗੁਣਾਂ ਨੂੰ ਤੋਲੋ। ਜਿਹੜੇ ਸ਼ੁਭ ਗੁਣ ਹਨ ਉਹ ਵਾਹਿਗੁਰੂ ਦੇ ਹਨ। ਸਭ ਗੁਣ ਤੇਰੇ ਮੈਂ ਨਾਹੀ ਕੋਏ। ਉਸ ਦੇ ਗੁਣਾਂ ਨੂੰ ਤੋਲ ਕੇ ਆਪਣੇ ਹਿਰਦੇ ਵਿੱਚ ਵਸਾਓ। ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ। ਉਸ ਦੇ ਗੁਣ ਸੌਖੇ ਗ੍ਰਹਿਣ ਨਹੀਂ ਹੁੰਦੇ। ਜ਼ਿੰਦਗੀ ਦੇ ਕੇ, ਜ਼ਿੰਦਗੀ ਵਾਰ ਕੇ ਵੀ ਮਿਲ ਜਾਣ, ਫਿਰ ਕਹਿੰਦੇ ਹਨ ਤਾਂ ਵੀ ਸੌਖੀ ਖੇਡ ਹੈ। ਹਰ ਹਰ ਜਪੋ ਪਿਆਰਿਆ, ਗੁਰਮਤਿ ਲੈ ਹਰ ਬੋਲ। ਮਨ ਸੱਚ ਕਸਵੱਟੀ ਲਾਈਐ, ਤੁਲੀਐ ਪੂਰੈ ਤੋਲ। ਗੁਰੂ ਦੇ ਗੁਣਾਂ ਨੂੰ, ਗੁਰੂ ਦੀ ਰਹਿਮਤ ਨੂੰ ਬੜੀ ਪਰਖ ਨਾਲ, ਬੜੀ ਵਿਚਾਰ ਨਾਲ ਤੋਲ ਕੇ ਹਿਰਦੇ ਵਿੱਚ ਵਸਾਉਣ ਦੀ ਲੋੜ ਹੈ। ਸੰਸਾਰ ਦੇ ਉੱਤੇ ਬੜੇ ਪਖੰਡੀ ਹਨ, ਬੜਾ ਜੰਜਾਲ ਫੈਲਾਇਆ ਹੋਇਆ ਹੈ। ਗੁਰੂ ਤਾਂ ਇੱਕ ਹੈ। ਅੱਜ ਸੰਤਾਂ ਦਾ ਸਮਾਜ ਬਣਿਆ ਪਿਆ ਹੈ। ਜਨ ਨਾਨਕ ਕੋਟਨ ਮੈਂ ਕਹੂੰ। ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਇਹ ਕਹਿ ਰਹੀ ਹੈ, ਜਨ ਨਾਨਕ ਕੋਟਨ ਮੈਂ ਕਹੂੰ, ਗੁਰਮੁਖ ਹੋਏ ਪਛਾਣਾ। ਕਰੋੜਾਂ ਵਿੱਚ ਕੋਈ ਬੰਦਾ ਇੱਕ ਮਿਲਦਾ ਹੈ ਜਿਹੜਾ ਵਾਹਿਗੁਰੂ ਨਾਲ ਮਿਲਿਆ ਹੋਇਆ ਹੈ। ਤੇ ਅੱਜ ਸਾਡੇ ਸਾਹਮਣੇ ਸੰਤ ਸਮਾਜ, ਉਹ ਸੰਸਾਰ ਦੇ ਪਿੰਡਾਂ ਦਾ ਸਮਾਜ ਤਾਂ ਹੋ ਸਕਦਾ ਹੈ। ਕਿਰਸਾਨ ਵਾਲਿਆਂ ਦਾ ਇੱਕ ਸਮਾਜ ਹੋ ਗਿਆ ਵੀ ਕਿਰਸਾਨੀ ਵਾਲੇ ਹਨ, ਇਹਨਾਂ ਦਾ ਸਮਾਜ ਹੈ। ਬੜਾ ਪਿੰਡ ਲੋਕੀ ਕਿਰਸਾਨੀ ਕਰਦੇ ਹਨ। ਮਜ਼ਦੂਰਾਂ ਦਾ ਸਮਾਜ ਹੋ ਗਿਆ, ਇਹ ਮਜ਼ਦੂਰੀ ਕਰਦੇ ਹਨ। ਪਰ ਸੰਤਾਂ ਦਾ ਸਮਾਜ, ਬੜੀ ਸਾਵਧਾਨੀ ਦੀ ਲੋੜ ਹੈ। ਗੁਰਮੁਖ ਤੋਲ ਤੁਲਾਵੈ ਤੋਲੈ, ਗੁਰਮੁਖ ਆਵੈ ਜਾਏ ਨਿਸੰਗ। ਗੁਰਮੁਖ ਸੰਸਾਰ ਦੇ ਉੱਤੇ ਕਰਮਾਂ ਦਾ ਵਾਧਾ ਨਹੀਂ ਆਉਂਦਾ, ਉਹ ਆਉਂਦਾ ਹੈ ਵਾਹਿਗੁਰੂ ਦੀ ਰਜ਼ਾ ਵਿੱਚ। ਉਹ ਕਿਸੇ ਕਰਮ ਦਾ ਫਲ ਭੋਗਣ ਨਹੀਂ ਆਇਆ। ਉਹ ਤਾਂ ਹੁਕਮੇ ਆਵੈ ਹੁਕਮੇ ਜਾਵੈ, ਹੁਕਮੇ ਬੂਝੈ ਸਚ ਸਮਾਵੈ, ਹੁਕਮੇ ਆਵੈ ਜਾਏ ਨਿਸੰਗ। ਬਸ ਉਸ ਦੀ ਤਾਂ ਰਹਿਮਤ ਵਿੱਚ ਰਹਿੰਦਾ ਹੈ ਉਹ। ਜਿੱਥੇ ਜਾਈਏ ਜਗਤ ਮੈਂ ਤਿੱਥੇ ਹਰ ਸਾਈਂ। ਉਹ ਜਿੱਥੇ ਜਾਣ, ਉਹ ਵਾਹਿਗੁਰੂ ਨਾਲ ਜੁੜੇ ਹੋਏ ਜਿਹੜੇ ਗੁਰਮੁਖ ਹਨ, ਉਹ ਵਾਹਿਗੁਰੂ ਦੇ ਭਾਣੇ ਵਿੱਚ ਰਹਿੰਦੇ ਹਨ। ਪ੍ਰਭ ਤੁਮ ਤੇ ਲਹਿਣਾ, ਤੂੰ ਹੈ ਮੇਰਾ ਗਹਿਣਾ। ਜੋ ਤੂੰ ਦੇ ਸੋਈ ਸੁਖ ਸਹਿਣਾ। ਇਹ ਹੈ ਗੁਰਮੁਖ ਦੀ ਨਿਸ਼ਾਨੀ। ਪ੍ਰਭ ਤੁਮ ਤੇ ਲਹਿਣਾ, ਮੇਰੇ ਵਾਹਿਗੁਰੂ ਮੈਂ ਤੁਹਾਡੇ ਤੋਂ ਮੰਗਦਾ ਹਾਂ। ਜੋ ਤੁਸੀਂ ਦੇਵੋ ਮੇਰੇ ਵਾਸਤੇ ਸਭ ਭਲਾ ਹੈ। ਜਿੱਥੇ ਰੱਖੇ ਬੈਕੁੰਠ ਤਿਥਾਹੀ। ਜਿਸ ਹਾਲਤ 'ਚ ਰੱਖੇ, ਤਤੀ ਤਵੀ ਤੇ ਬਿਠਾਵੇਂ, ਸਿੰਘਾਸਨ ਤੇ ਬਿਠਾਵੇਂ, ਆਰੇ ਨਾਲ ਚਿਰਾਵੇਂ, ਜਿੱਥੇ ਰੱਖੇ। ਗੁਰਮੁਖ ਆਵੈ ਜਾਏ ਨਿਸੰਗ। ਜਿਉਂ ਰਾਖੈ ਜਿੱਥੇ ਰੱਖੈ ਬੇਕੁੰਠ ਤਿਥਾਹੀ। ਤੂੰ ਸਭਨਾ ਕੇ ਪ੍ਰਤਪਾਲਾ ਜੀਓ। ਬੋਹਰ ਹਮ ਕਾਹੇ ਆਵੇਂਗੇ, ਆਵਣ ਜਾਣਾ ਹੁਕਮ ਤਿਸੈ ਕਾ। ਹੁਕਮੇ ਬੂਝ ਸਮਾਵੇਂਗੇ। ਸੰਸਾਰ 'ਤੇ ਆਏ, ਸੰਸਾਰ ਤੋਂ ਚਲੇ ਗਏ। ਉਹਨਾਂ ਨੂੰ ਕੋਈ ਮੈਲ ਨਹੀਂ, ਕੋਈ ਫਿਕਰ ਨਹੀਂ। ਪਰ ਹਰ ਮੈਲ ਜਲਾਏ ਕਲੰਕ। ਉਹ ਅਵਗੁਣਾਂ ਨੂੰ ਸਾੜ ਕੇ ਸੁਆਹ ਕਰ ਚੁੱਕੇ ਹਨ। ਉਹਨਾਂ ਦਾ ਜੀਵਨ ਇੱਕ ਚਾਨਣ ਮੁਨਾਰਾ ਹੈ। ਉਹ ਗੁਰੂ ਦੇ ਚਰਨਾਂ ਵਿੱਚ ਇੱਕ ਦੀਵੇ ਦੀ ਨਿਆਈ ਹਨ। ਸੰਸਾਰ ਦੇ ਉੱਤੇ ਸੰਸਾਰ ਦੀ ਮੈਲ ਸਾਡਿਆਂ ਵਰਗਿਆਂ ਨੂੰ ਹੈ। ਅਸੀਂ ਸਰੀਰ ਨੂੰ ਸਵਾਰਦੇ ਹਾਂ ਤੇ ਦੇਹੀ ਧੋਏ ਨਾ ਉਤਰ ਸਮੈਲ। ਮੈਲ ਬਾਹਰੋਂ ਮਿੱਟੀ ਦੀ ਤਾਂ ਉਤਰ ਜਾਂਦੀ ਹੈ, ਪਰ ਪਾਪਾਂ ਦੀ ਮੈਲ ਬਾਹਰੋਂ ਧੋਤਿਆਂ ਨਹੀਂ ਉਤਰਦੀ। ਪਾਪਾਂ ਦੀ ਮੈਲ ਤਾਂ ਗੁਰੂ ਦੇ ਸ਼ਬਦ ਵਿੱਚ ਮੁੱਤ ਪਲੀਤੀ ਕੱਪੜ ਹੋਏ, ਦੇ ਸਾਬੁਣ ਲਈਐ ਉਹ ਧੋਏ,
ਭਰੀਐ ਮਤ ਪਾਪਾਂ ਕੈ ਸੰਗ, ਉਹ ਤੋਪੈ ਨਾਵੈ ਕੈ ਰੰਗ। ਸਾਹਿਬ ਕਹਿ ਰਹੇ ਹਨ ਕਿ ਗੁਰਮੁਖਾਂ ਨੇ ਆਪਣੇ ਮੈਲ ਸਾਰੀ ਧੋ ਛੱਡੀ ਹੈ। ਉਹਨਾਂ ਦਾ ਹਿਰਦਾ ਚੰਨ ਮੁਨਾਰਾ ਹੈ। ਗੁਰਮੁਖ ਨਾਦ ਵੇਦ ਵਿਚਾਰ। ਗੁਰਮੁਖ ਨਾਦ ਵੇਦ ਵਿਚਾਰ। ਨਾਦ ਕਹਿੰਦੇ ਹਨ ਸੰਗੀਤ ਨੂੰ, ਤੇ ਵੇਦ ਕਹਿੰਦੇ ਹਨ ਗਿਆਨ ਨੂੰ, ਜਿਹੜਾ ਇੱਥੇ ਸ਼ਬਦ ਦਾ ਅਰਥ ਹੈ। ਨਾਦ ਦਾ ਵੀ ਬਹੁਤ ਸਾਰੇ ਅਰਥ ਹਨ, ਵੇਦ ਦੇ ਵੀ ਬਹੁਤ ਸਾਰੇ ਅਰਥ ਹਨ, ਪਰ ਗੁਰਮੁਖ ਨਾਦ ਵੇਦ ਵਿਚਾਰ। ਗੁਰਮੁਖ ਕਿਹੜੇ ਨਾਦ ਦੀ ਵਿਚਾਰ ਕਰਦਾ ਹੈ, ਕਿਹੜੇ ਵੇਦ ਦੀ ਵਿਚਾਰ ਕਰਦਾ ਹੈ? ਸਾਹਿਬ ਨੇ ਪੰਕਤੀ ਬਖਸ਼ਿਸ਼ ਕੀਤੀ, ਸਭ ਨਾਦ ਵੇਦ ਗੁਰਬਾਣੀ। ਹਾ 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 ਹਾ। ਸੰਗੀਤ ਬੜੀ ਤਾਕਤ ਵਾਲੀ ਚੀਜ਼ ਹੈ, ਪਰ ਖਾਲੀ ਹਾ ਕਰਦਾ ਰਹਿ ਗਿਆ ਤੇ ਹਾ ਹੀ ਪਲੇ ਰਹੇਗੀ। ਜੇ ਗੁਰੂ ਦਾ ਸ਼ਬਦ ਪਾ ਕੇ ਗਾਏਗਾ ਤੇ ਉਸ ਦਾ ਗਾਇਆ, ਉਸ ਦਾ ਗਿਆਨ ਸਫਲਾ ਹੈ। ਉਸਤਾਦ ਜੀ ਨੇ ਇਹ 1976 ਦੀ ਗੱਲ ਸੁਣਾਈ, ਜਦੋਂ ਮੈਂ ਸਿੱਖਣ ਵਾਸਤੇ ਆਇਆ, ਤੇ ਕਹਿੰਦੇ ਸਾਡੇ ਬਚਪਨ ਵਿੱਚ ਰਕਾਬਗੰਜ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਦੇ ਉੱਤੇ ਇੱਕ ਬੜਾ ਮਹਾਨ ਕੀਰਤਨੀ ਹੋਏ ਹਨ। ਨਾਂ ਨਹੀਂ ਦੱਸਣਾ ਉਹਨਾਂ ਦਾ, ਨਾਂ ਮੈਨੂੰ ਪਤਾ ਦੱਸਿਆ ਜਿਹੜਾ ਉਹਨਾਂ ਨੇ, ਕਿ ਕੀਰਤਨ ਕਰ ਰਹੇ ਸਨ ਕਲਾਸੀਕਲ ਵਿੱਚ, ਸੰਗੀਤ ਵਿੱਚ, ਤੇ ਇਤਨਾ ਸੁਰ ਵਿੱਚ ਚਲੇ ਗਏ, ਇਤਨੀ ਡੀਪਲੀ ਚਲੇ ਗਏ ਕਿ ਸਾਰੀ ਸੰਗਤ, ਜਿਸ ਤਰ੍ਹਾਂ ਉਹ ਤਾਲ ਮਾਰਦੇ ਪਏ ਸੀ, ਸਾਰਿਆਂ ਦੇ ਸਿਰ ਉੱਧਰ ਹੁੰਦੇ ਸੀ, ਜਿਸ ਪਾਸੇ ਉਹ ਹੱਥ ਕਰਦੇ ਸੀ ਸਾਰਿਆਂ ਦੇ ਧਿਆਨ ਸੁਰਤ ਇਸ ਤਰ੍ਹਾਂ ਹੋ ਰਹੀ ਸੀ। ਜਦੋਂ ਇੱਥੇ ਅਵਸਥਾ ਪਹੁੰਚ ਗਈ ਉਹਨਾਂ ਦੀ, ਤੇ ਕਹਿੰਦੇ ਅਸੀਂ ਬੈਠੇ ਮਹਿਸੂਸ ਕਰਦੇ ਪਏ ਸਾਂ, ਸਾਡੇ ਬਾਲ ਖੜੇ ਹੋ ਗਏ। ਤੇ ਜਦੋਂ ਇੱਥੇ ਆਏ ਤੇ ਉਹਨਾਂ ਨੇ ਫਿਰ ਇਹ ਗੱਲ ਕਹੀ ਕਿ ਸੰਗੀਤ ਬੜੀ ਘਾਲਣਾ ਮੰਗਦਾ ਹੈ, ਸੰਗੀਤ ਬੜੀ ਮਿਹਨਤ ਮੰਗਦਾ ਹੈ, ਐਵੇਂ ਸੰਗੀਤ ਨਹੀਂ ਹੈ, ਇਸ ਸੰਗੀਤ ਵਿੱਚ ਬੜੀ ਬਖਸ਼ਿਸ਼ ਹੈ। ਇੰਨੀ ਗੱਲ ਕਹਿ ਕੇ ਫਿਰ ਉਹਨਾਂ ਨੇ ਫਿਰ ਮੁੜ ਕੇ ਉਹ ਕੰਮ ਕੀਤਾ, ਫਿਰ ਉਹ ਗੱਲ ਨਹੀਂ ਬਣੀ। ਫਿਰ ਬੜੀਆਂ ਤਾਣਾ ਲਾਈਆਂ, ਬੜਾ ਯਤਨ ਕੀਤਾ ਉਹਨਾਂ ਨੇ, ਫਿਰ ਗੱਲ ਨਹੀਂ ਬਣੀ। ਭਾਵ ਸੰਗੀਤ ਵਿੱਚ ਬੜੀ ਸ਼ਕਤੀ ਹੈ, ਪਰ ਹਉਮੈ ਨਾਲ ਹੈ, ਹਉਮੈ ਬੜੀ ਸੂਖਸ਼ਮ ਹੈ। ਫਿਰ ਜਦੋਂ ਉਹ ਉੱਠ ਕੇ ਆਏ ਤੇ ਫਿਰ ਮੈਂ ਉਹਨਾਂ ਨਾਲ, ਉਸਤਾਦ ਜੀ ਨੇ ਫਿਰ ਦਰਬਾਰ ਸਾਹਿਬ ਡਿਊਟੀ ਕੀਤੀ, ਤੇ ਉਹਨਾਂ ਨੂੰ ਮੈਂ ਉਹ ਗੱਲ ਚੇਤੇ ਕਰਾਈ, ਤੇ ਉਹਨਾਂ ਨੂੰ ਗੱਲ ਚੇਤੇ ਆਈ। ਉਹਨਾਂ ਨੂੰ ਦੱਸੀ ਕਿ ਹਉਮੈ ਦੀ ਖੇਡ ਹੈ। ਜਦੋਂ ਕਿਸੇ ਨੂੰ ਰਸ ਆਉਂਦਾ ਹੈ ਤਾਂ ਰਸ ਵਿੱਚੋਂ ਇੱਕਦਮ ਨਿਕਲ ਜਾਂਦਾ ਹੈ। ਅਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਥੋੜ੍ਹਾ ਜਿਹਾ ਕਦੇ ਸਿਰ ਟਿਕ ਜਾਏ ਤੇ ਕਹਿੰਦੇ ਹਾਂ ਬੜਾ ਸਵਾਦ ਆਇਆ, ਬੜਾ ਸਵਾਦ ਆਇਆ, ਬੜਾ ਮਨ ਟਿਕਿਆ, ਮੁੜ ਕੇ ਨਹੀਂ ਟਿਕਦਾ। ਕਾਰਨ ਬਸ ਆਪਣੀ ਸੁਰਤ ਜਿਹੜੀ ਹੈ ਉੱਥੇ ਹਉਮੈ ਜਾਂਦੀ ਹੈ। ਸਾਹਿਬ ਕਹਿ ਰਹੇ ਹਨ, ਗੁਰਮੁਖ ਨਾਦ ਵੇਦ ਵਿਚਾਰ, ਸਭ ਨਾਦ ਵੇਦ ਗੁਰਬਾਣੀ, ਮਨ ਰਾਤਾ ਸਾਰੰਗ ਪਾਣੀ। ਮੇਰਾ ਮਨ ਗੁਰੂ ਦੇ ਗਿਆਨ ਵਿੱਚ, ਗੁਰੂ ਦੇ ਸ਼ਬਦ ਵਿੱਚ ਇਸ ਤਰ੍ਹਾਂ ਭਿੱਜਿਆ ਹੋਇਆ ਹੈ ਜਿਸ ਤਰ੍ਹਾਂ ਸਾਰੰਗ ਪਾਣੀ ਵਿੱਚ ਹੈ। ਸਾਹਿਬ ਕਹਿ ਰਹੇ ਹਨ, ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਿਹਾ ਸਮਾਈ। ਗੁਰਮੁਖ ਦੁਆਰਾ ਹੀ ਗੁਰੂ ਦਾ ਗਿਆਨ, ਗੁਰੂ ਦਾ ਵੇਦ, ਸਾਰੀ ਸਮਝ ਗੁਰੂ ਦੁਆਰਾ ਬਣਦੀ ਹੈ। ਜੇ ਗੁਰੂ ਹਿਰਦੇ ਵਿੱਚ ਨਹੀਂ ਹੈ ਤਾਂ ਗੁਰਮੁਖ ਨਹੀਂ, ਤੇ ਗੁਰਮੁਖ ਨਹੀਂ ਤਾਂ ਕਿਤੇ ਵੀ ਲੇਖੇ ਵਿੱਚ ਕੋਈ ਕਰਮ ਨਹੀਂ। ਨਹੀਂ ਤਾਂ ਕੋਈ ਗਾਵੈ ਰਾਗੀ ਨਾਦੀ ਬੇਦੀ ਬੋ ਭਾਤ ਕਰ ਨਹੀਂ, ਹਰ ਹਰ ਭੀਜੈ। ਗਾਣ ਨਾਲ ਗੱਲ ਨਹੀਂ ਬਣਨੀ ਜਿਤਨੀ ਤਰ ਤੱਕ ਗੁਰੂ ਦਾ ਸ਼ਬਦ ਹਿਰਦੇ ਵਿੱਚ ਨਹੀਂ ਵਸਦਾ। ਗੁਰਮੁਖ ਮੱਜਣ ਚੱਜ ਆਚਾਰ। ਮੱਜਣ ਇਸ਼ਨਾਨ, ਮੰਜਣ ਬੁਰਸ਼ ਕਰਦੇ ਹਾਂ ਜਿਹੜਾ ਅਸੀਂ, ਅੰਜਣ ਜਿਹੜਾ ਸੁਰਮਾ, ਮੱਜਣ ਮੰਜਣ। ਅੱਖਰਾਂ ਨੂੰ ਥੋੜ੍ਹਾ ਜਿਹਾ ਵਿਚਾਰ ਕੇ ਦੇਖਣਾ। ਮੱਜਣ ਇਸ਼ਨਾਨ ਚੱਜ ਆਚਾਰ।
ਸ਼ੁਭ ਗੁਣ, ਜੀਵਨ, ਕਰੈਕਟਰ। ਗੁਰਮੁਖ ਦਾ ਕਿਹੜਾ ਮੱਜਣ ਹੈ, ਕਿਹੜਾ ਇਸ਼ਨਾਨ ਕਰਦਾ ਹੈ? ਮਾਘ ਮਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ। ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰਦਾਨ। ਇਹ ਹੈ ਗੁਰਮੁਖ ਦਾ ਇਸ਼ਨਾਨ, ਇਹ ਹੈ ਉਸਦੇ ਸ਼ੁਭ ਗੁਣ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਕਾਮ ਕ੍ਰੋਧ ਨਾ ਮੋਹੀਐ, ਬਿਨਸੈ ਲੋਭ ਸੁਆਨ। ਸੱਚੇ ਮਾਰਗ ਚਲਦਿਆਂ ਉਸਤਤ ਕਰੈ ਜਹਾਨ। 68 ਤੀਰਥ ਸਗਲ ਪੁੰਨ, ਜੀ ਦਿਆ ਪ੍ਰਵਾਨ। ਜਿਸਨੂੰ ਦੇਵੈ ਦਿਆ ਕਰ, ਸੋਈ ਪੁਰਖ ਸੁਜਾਨ। ਇਹ ਹੈ ਗੁਰਮੁਖ ਦਾ ਇਸ਼ਨਾਨ। ਜਿਸਨੂੰ ਦੇਵੈ ਦਿਆ ਕਰ, ਸੋਈ ਪੁਰਖ ਸੁਜਾਨ। ਜਿਨਾ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਮਾਘ ਸੁਚੇ ਸੇ ਕਾਂਢੀਐ, ਜਿਨ ਪੂਰਾ ਗੁਰ ਮਿਹਰਵਾਨ। ਇਹ ਹੈ ਗੁਰਮੁਖ ਦਾ ਇਸ਼ਨਾਨ। ਤੇ ਮੇਰੇ ਵਰਗਾ ਤੀਰਥ ਨਹਾਤਾ ਕਿਆ ਕਰੈ, ਜਾਂ ਮਨ ਮੈਂ ਮੈਲ ਗੁਮਾਨ। ਜੇ ਮੈਂ ਤੀਰਥ 'ਤੇ ਨਹਾ ਕੇ ਵੀ ਆ ਗਿਆ, ਜਿਤਨੇ ਮਰਜ਼ੀ ਪਖੰਡ ਕਰ ਲਏ, ਪਰ ਜੇ ਮੈਲ ਨਹੀਂ ਧੋਤੀ ਹਿਰਦੇ 'ਚੋਂ, ਤਾਂ ਫਿਰ ਗੱਲ ਕਿੱਥੇ ਬਣੇਗੀ? ਪਈੜਾ ਦਿਨ ਚਾਰ ਹੈ, ਹਰ ਹਰ ਲਿਖ ਪਾਇਆ। ਸ਼ੋਭਾਵੰਤੀ ਨਾਰ ਹੈ, ਬਹੁ ਗੁਣ ਗਾਇਆ। ਇਹ ਸੰਸਾਰ ਦੇ ਉੱਤੇ ਪੇਕਾ ਪਰਿਵਾਰ ਹੈ, ਇਹ ਸਾਡਾ ਪੇਕਾ ਪਰਿਵਾਰ ਹੈ। ਪੇਕੇ ਪਰਿਵਾਰ ਧੀ ਕਿੰਨੇ ਦਿਨ ਰਹਿੰਦੀ ਹੈ? ਬਸ ਇਹ ਗੱਲ ਵਿਚਾਰਨ ਵਾਲੀ ਹੈ। ਪਈੜਾ ਸ਼ੋ ਸੇਵ ਤੂੰ, ਸਹੁਰੜੈ ਸੁਖ ਵਸ। ਜੇ ਇੱਥੇ ਜੀਵਨ ਵਿੱਚ ਕਮਾਈ ਕਰੇਂਗੀ ਤਾਂ ਅੱਗੇ ਗੁਰੂ ਚਰਨਾਂ ਵੀ ਥਾਂ ਮਿਲੇਗੀ। ਪਈੜੈ ਸੋ ਸੇਵ ਤੂੰ, ਸਹੁਰੜੈ ਸੁਖ ਵਸ। ਗੁਰ ਮਿਲ ਚੱਜ ਆਚਾਰ ਸਿੱਖ, ਤੁਧ ਕਦੇ ਨਾ ਲੱਗੈ ਦੁੱਖ। ਗੁਰੂ ਕੋਲ ਬੈਠ, ਗੁਰੂ ਨੂੰ ਪੁੱਛ, ਗੁਰੂ ਦੇ ਗੁਣ ਗ੍ਰਹਿਣ ਕਰ, ਗੁਰੂ ਦੇ ਚੱਜ ਸਿੱਖ। ਜੇ ਤੂੰ ਦੁੱਖਾਂ ਤੋਂ ਛੁਟਕਾਰਾ ਚਾਹਨੀ ਹੈ ਮੇਰੀ ਭੈਣ, ਮੇਰੀ ਜੀਵੇ। ਸਭਨਾ ਸੋਰੇ ਵੰਜਨਾ, ਸਭ ਮੁਕਲਾਵਣਹਾਰ। ਨਾਨਕ ਧਨ ਸੁਹਾਗਣੀ, ਜਿਨ ਸ਼ਹਿ ਨਾਲ ਪਿਆਰ। ਉਹ ਸੁਹਾਗਣਾ ਬੜੀਆਂ ਮਹਾਨ ਹਨ, ਜਿਹੜੇ ਆਪਣੇ ਪਿਆਰੇ ਨਾਲ ਪਿਆਰ ਕਰਦੀਆਂ ਹਨ, ਆਪਣੇ ਪਿਆਰੇ ਪਤੀ ਨਾਲ ਪਿਆਰ ਕਰਦੀਆਂ ਹਨ। ਉਹ ਹੈ ਵਾਹਿਗੁਰੂ। ਗੁਰੂ ਕੋ ਜਾਣ ਨਾ ਜਾਣਈ, ਕਿਆ ਤਿਸ ਚੱਜ ਆਚਾਰ। ਗੁਰ ਕੋ ਜਾਣ ਨਾ ਜਾਣਈ, ਗੁਰੂ ਨੂੰ ਗੁਰੂ ਕਰਕੇ ਨਹੀਂ ਜਾਣਿਆ ਤੇ ਚੱਜ ਆਚਾਰ ਕਿੱਥੋਂ ਸਿੱਖੇਂਗੀ? ਬੱਧਾ ਰੁੱਧਾ ਆਇਆ, ਬੱਧਾ ਰੁੱਧਾ ਚਲੇ ਗਿਆ। ਕਰਮ ਧਰਮ ਅਨੇਕ ਕਿਰਿਆ, ਸਭ ਊਪਰ ਨਾਮ ਆਚਾਰ। ਜਿਤਨੇ ਵੀ ਕਰਮ ਧਰਮ ਪਾਖੰਡ ਜੋ ਦੀਸੈ ਮਨ ਮੇਰੇ, ਇਹ ਸਾਰੇ ਸੰਸਾਰ ਦੇ ਉੱਤੇ ਇੱਥੇ ਹੀ ਰਹਿ ਜਾਣਗੇ। ਦਿਖਾਵੇ ਦੇ ਕਰਮ, ਦਿਖਾਵੇ ਦਾ ਧਰਮ ਸੰਸਾਰ ਦੇ ਉੱਤੇ ਹੀ ਰਹਿ ਜਾਏਗਾ, ਤੇਰੇ ਜੀ ਦੇ ਨਾਲ ਨਹੀਂ ਜਾਏਗਾ। ਇਸ ਕਰਕੇ ਕਰਮ ਧਰਮ ਅਨੇਕ ਕਿਰਿਆ, ਸਭ ਊਪਰ ਨਾਮ ਆਚਾਰ। ਨਾਮ ਜਪ ਕੇ, ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾ ਕੇ ਉਹ ਆਚਰਨ ਬਣਾਏਗੀ ਤਾਂ ਵਾਹਿਗੁਰੂ ਨੂੰ ਪਿਆਰੀ ਲੱਗੇਗੀ, ਗੁਰੂ ਦੇ ਦਰ 'ਤੇ ਪ੍ਰਵਾਨ ਹੋਏਗੀ। ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ। ਸਾਹਿਬ ਕਹਿ ਰਹੇ ਹਨ, ਗੁਰਮੁਖ ਦਾ ਸ਼ਬਦ ਹੀ ਸਾਰ ਸ੍ਰੇਸ਼ਟ, ਸਾਰਿਆਂ ਤੋਂ ਮਹਾਨ ਕਰਮ ਹੈ। ਗੁਰੂ ਨੂੰ ਆਪਣੇ ਸਾਹਮਣੇ ਰੱਖਣਾ, ਗੁਰੂ ਦੇ ਚਰਨਾਂ ਵਿੱਚ ਹਰ ਵੇਲੇ ਆਪਣੀ ਜੀਵਨ ਦੀ ਕਿਰਿਆ ਨੂੰ ਰੱਖਣਾ, ਇਹ ਹੈ ਅੰਮ੍ਰਿਤ ਸਾਰ ਸ੍ਰੇਸ਼ਟ। ਮਨਮੁਖ ਦੀ ਕਰਮ ਹੈ ਗੁਰੂ ਵੱਲੋਂ ਪਿੱਠ ਦੇ ਕੇ ਰੱਖਣੀ, ਅਤੇ ਗੁਰਮੁਖ ਹੈ ਜਿਹੜਾ ਗੁਰੂ ਨੂੰ ਆਪਣੇ ਮੁਖ ਦੇ ਅੱਗੇ ਰੱਖਦਾ ਹੈ, ਗੁਰੂ ਵੀ ਸਮਾਇਆ ਰਹਿੰਦਾ ਹੈ। ਇਹ ਹੈ ਉਸ ਦਾ ਸ਼ੁਭ ਗੁਣ, ਸਭ ਤੋਂ ਸ੍ਰੇਸ਼ਟ ਗੁਣ। ਸਾਹਿਬ ਕਹਿ ਰਹੇ ਹਨ, ਐਸਾ ਹਰ ਤਨ ਸੰਚੀਐ ਭਾਈ। ਸਾਡੇ ਵਾਸਤੇ ਸਾਹਿਬ ਕਹਿ ਰਹੇ ਹਨ, ਹੇ ਮੇਰੇ ਭਰਾਓ, ਮੇਰੇ ਵੀਰੋ, ਮੇਰੇ ਸਤ ਸੰਗੀਓ, ਤੁਸੀਂ ਵੀ ਇਹ ਕੰਮ ਕਰੋ।
ਐਸਾ ਹਰ ਤਨ ਸੰਚੀਐ ਭਾਈ, ਇਹੋ ਜਿਹਾ ਨਾਮ ਧਨ ਜੀਵਨ ਵਿੱਚ ਇਕੱਠਾ ਕਰੋ। ਕੈਸਾ? ਭਾਏ ਨਾ ਜਾਲੈ, ਜਲ ਨਹੀਂ ਡੂਬੈ, ਸੰਗ ਛੋੜ ਕਰ ਕਤਹੂ ਨਾ ਜਾਈ। ਜਿਸ ਨੂੰ ਅੱਗ ਨਹੀਂ ਸਾੜਦੀ, ਜਿਸ ਨੂੰ ਪਾਣੀ ਨਹੀਂ ਡੁਬੋਂਦਾ, ਜਿਹੜਾ ਕਦੀ ਤੇਰਾ ਸਾਥ ਛੱਡ ਕੇ ਨਹੀਂ ਜਾਏਗਾ। ਭਾਈ ਉਸ ਨਾਲ ਜੁੜ। ਉਹ ਹੈ ਗੁਰੂ ਦਾ ਸ਼ਬਦ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ, ਮੁਖ ਊਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਊਤਮ ਕਰਨੀ ਸ਼ਬਦ ਵਿਚਾਰ। ਸਭ ਤੋਂ ਉੱਤਮ ਕੰਮ ਹੈ ਸ਼ਬਦ ਦੀ ਵਿਚਾਰ, ਸ਼ਬਦ ਵਿੱਚ ਸਮਾਣਾ, ਸ਼ਬਦ ਦੇ ਵਿਚਾਰ ਵਿੱਚ ਰਹਿਣਾ। ਜਬ ਲਗ ਸ਼ਬਦ ਭੇਦ ਨਹੀਂ ਆਇਆ, ਤਬ ਲਗ ਕਾਲ ਸੰਤਾਏ। ਜਿਤਨੀ ਦੇਰ ਤੱਕ ਸ਼ਬਦ ਵਿੱਚ ਨਹੀਂ ਜੁੜਦੇ, ਸ਼ਬਦ ਦਾ ਰਸ ਨਹੀਂ ਮਾਣਦੇ, ਤਬ ਲਗ ਕਾਲ ਸੰਤਾਏ। ਕਾਲ ਸਿਰ ਦੇ ਉੱਤੇ ਹੀ ਮੰਡਰਾਉਂਦਾ ਰਹੇਗਾ, ਕਾਲ ਤੋਂ ਖਹਿੜਾ ਨਹੀਂ ਛੁਡਾ ਸਕਦੇ। ਭਾਈ ਨਾਨਕ ਮਨ ਸਮਝਾਈਐ, ਗੁਰ ਕੈ ਸ਼ਬਦ ਸਲਾਹ, ਰਾਮ ਨਾਮ ਰੰਗ ਰਤਿਆਂ, ਭਾਰ ਨਾ ਭਰਮ ਤਿਨਾ। ਜੇ ਸ਼ਬਦ ਨਾਲ ਜੁੜਾਂਗੇ ਤਾਂ ਗੁਰੂ ਦੀ ਬਖਸ਼ਿਸ਼, ਗੁਰੂ ਦੀ ਮਹਿਰਾਮਤ ਸਾਨੂੰ ਪ੍ਰਾਪਤ ਹੋਏਗੀ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਬੇਅੰਤ ਭੁੱਲਾਂ ਨਾ ਚਿਤਾਰਨੀਆਂ। ਇਹ ਹੈ ਗੁਰਮੁਖ ਦਾ ਜੀਵਨ। ਗੱਲਾਂ ਸਾਰੇ ਕਰਦੇ ਹਾਂ ਅਸੀਂ, ਪਰ ਮਨਮੁਖ ਕਥਨੀ ਹੈ, ਰਹਿਤ ਨਾ ਹੋਈ। ਰਹਿਤ ਵਾਲੇ ਪਾਸੇ ਚਲੀਏ। ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰੀਏ, ਸਤਿਗੁਰੂ ਆਪਣੀ ਕਰਨੀ ਕਰ ਨਰਕ ਹੂਣਾ ਪਾਵੂੰ ਠੋਰ। ਸਾਡੇ ਵਿੱਚ ਕੋਈ ਗੁਣ ਨਹੀਂ ਹੈ, ਸਾਡੀ ਕਰਨੀ ਇਤਨੀ ਮਾੜੀ ਹੈ ਕਿ ਨਰਕਾਂ ਵਿੱਚ ਵੀ ਥਾਂ ਨਹੀਂ ਸਾਡੇ ਵਾਸਤੇ। ਪਰ ਤੁਮਰੇ ਬਿਰਦ ਕਰ ਆਸਰੋ ਸਮਾਰ ਹੋ। ਆਪ ਜੀ ਦਾ ਬਿਰਦ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ। ਇਹ ਬਿਰਦ ਸੁਆਮੀ ਸੰਦਾ। ਆਪਣੇ ਬਿਰਦ ਬਾਣੀ ਦੀ ਲਾਜ ਰੱਖ ਕੇ ਸਾਨੂੰ ਮਹਿਰਾਮਤ ਕਰਕੇ, ਬਖਸ਼ਿਸ਼ ਕਰਕੇ ਆਪਣੇ ਚਰਨਾਂ ਨਾਲ ਜੋੜੋ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਨਾ ਚਿਤਾਰਨੀਆਂ। ਟਾਈਮ ਅੱਜ ਬਹੁਤ ਜ਼ਿਆਦਾ ਹੋ ਗਿਆ, ਆਪ ਜੀ ਨੇ ਸਾਰਿਆਂ ਨੇ ਖਿਮਾ ਕਰਨੀ। ਸਾਰੇ ਰਸਨਾ ਪਵਿੱਤਰ ਕਰਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।